ਅਫਗਾਨਿਸਤਾਨ ਦੇ ਵਿੱਚ ਮੋਰ ਆਨਰੇਬਲ ਤਰੀਕੇ ਨਾਲ ਐਗਰੀਮੈਂਟ ਅਮਰੀਕਾ ਨੇ ਕੀਤਾ ਜ਼ਾਹਰ ਹੈ ਫੈਬਰਰੀ 2020 ਦੇ ਵਿੱਚ ਹੋਇਆ ਔਰ ਇਹ ਗੱਲ ਤਾਲਿਬਾਨ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਜੇ ਉਹਦੇ ਐਗਰੀਮੈਂਟ ਦਾ ਹਿੱਸਾ ਸੀ ਤੇ ਅਜੇ ਤੱਕ ਉਹਨਾਂ ਨੇ ਕਿਸੇ ਵੀ ਅਮਰੀਕਨ ਫੌਜੀ ਨੂੰ ਜਾਂ ਅਮਰੀਕਨ ਅੱਡੇ ਨੂੰ ਜਾਂ ਅਮਰੀਕਨ ਇੰਟਰਸਟ ਨੂੰ ਟਾਰਗੇਟ ਨਹੀਂ ਕੀਤਾ। ਅਫਗਾਨ ਕਮਾਂਡਰ ਹੈ ਜਿਹੜਾ ਉਸਨੇ ਵੀ ਕਈ ਘੰਟੇ ਬਾਅਦ ਦੇਖਿਆ ਔਰ ਇਹ ਜਿਹੜਾ ਅਮਰੀਕਨਾਂ ਦਾ ਲਾਸਟ ਉੱਥੋਂ ਸੋਲਜਰ ਦਾ ਨਿਕਲਣਾ ਤੇ ਅਫਗਾਨ ਕਮਾਂਡ ਉਹਦੇ ਵਿੱਚ ਆਵਰਸ ਸੀ ਔਰ ਜੇ ਤਾਲਿਬਾਨ ਦੀ ਇੰਟੈਲੀਜੈਂਸ ਕੋਈ ਜਾਂ ਉਹਨਾਂ ਦੀ ਸ਼ਾਇਦ ਅਜੇ ਨੀਅਤ ਵੀ ਨਹੀਂ ਹੈ ਕਿਉਂਕਿ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਦੱਸ ਰਹੇ ਨੇ ਅਸੀਂ ਪੁਰਾਣੇ ਤਾਲਿਬਾਨ ਨਹੀਂ ਔਰ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਜਿਹੜਾ ਬੇਲੋੜਾ ਬਲੱਡ ਸ਼ੈਡ ਨਹੀਂ ਕਰਨਾ ਚਾਹੁੰਦੇ। ਅਸਾਦੁੱਲਾ ਕੋਹਿਸਤਾਨੀ told the BBC that US left Bagram at 3 local time on Friday and that the Afghan military found out hours later. ਕਈ ਘੰਟਿਆਂ ਬਾਅਦ ਲੱਗਾ ਵੀ ਉਹ ਤਾਂ ਪਤਰਾ ਵਾਚ ਗਏ ਨੇ। ਬਗਰਾਮ ਆਲਸੋ ਕੰਟੇਨਸ ਏ ਪ੍ਰਿਜ਼ਨ। ਹੁਣੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਵੱਡਾ ਇਹ ਰਿਪੋਰਟ ਹੈ ਕਿ ਉਹਦੀ ਜਿਹੜੀ ਅੰਦਰ ਹੀ ਜੇਲ੍ਹ ਹੈ ਦੇਰ ਆਰ ਰਿਪੋਰਟਡਲੀ ਅਪ ਟੂ 5000 ਤਾਲਿਬਾਨ ਪ੍ਰਿਜ਼ਨਰਸ ਲੈਫਟ ਇਨ ਦਾ ਫੈਸਿਲਿਟੀ ਔਰ ਰਿਪੋਰਟਰਸ ਉਹਨਾਂ ਨੇ ਕਿਹਾ ਵੀ ਉਹ ਅਟੈਕ ਕਰਨਗੇ ਹੀ ਕਰਨਗੇ ਕਿਉਂਕਿ ਮੂਵਮੈਂਟ ਰੂਰਲ ਏਰੀਆਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਸਾਡੇ ਨਾਲ ਅਮਰੀਕਨ ਨਹੀਂ ਨੇ ਬੜਾ ਵੱਡਾ ਡਿਫਰੈਂਸ ਹੈ ਪਰ ਜਿੰਨੀ ਕੁ ਸਾਡੇ ਕੋਲ ਕੈਪੇਬਿਲਿਟੀ ਹੈ ਅਸੀਂ ਲੜਾਂਗੇ ਔਰ ਅਸੀਂ ਇਸ ਨੂੰ ਡਿਫੈਂਡ ਕਰਾਂਗੇ। ਬਲਖ ਅਫਗਾਨਿਸਤਾਨ ਦਾ ਇੱਕ ਜ਼ਿਲ੍ਹਾ ਹੈ ਔਰ ਬਲਖ ਦੀ ਜਿਹੜੀ ਕੈਪੀਟਲ ਹੈ ਉਹ ਮਜ਼ਾਰ ਸ਼ਰੀਫ ਹੈ। ਹੁਣ ਇਸ ਵੇਲੇ ਬਲਖ ਦੇ ਪ੍ਰੋਵਿੰਸ ਦੇ ਵੱਡੇ ਰੂਰਲ ਏਰੀਆ ਦੇ ਵਿੱਚ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਔਰ ਆਲਮੋਸਟ ਮਜ਼ਾਰ ਸ਼ਰੀਫ ਉਹਨਾਂ ਦੀ ਗ੍ਰਿਪ ਦੇ ਵਿੱਚ ਹੈ। ਥੋੜੀ ਬਹੁਤ ਉੱਥੇ ਲੜਾਈ ਚੱਲ ਰਹੀ ਹੈ। ਹੈਰਾਤ ਔਰ ਜਲਾਲਾਬਾਦ ਤੋਂ ਬਾਅਦ ਭਾਰਤ ਉੱਥੋਂ ਦੌੜ ਰਿਹਾ ਹੈ ਕੰਧਾਰ ਔਰ ਮਜ਼ਾਰ ਸ਼ਰੀਫ ਆਪਣੇ ਉਹਨਾਂ 'ਚ ਕੌਂਸੂਲੇਟਸ ਤੋਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਬੜੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਸੂਬਾ ਜਿਹੜਾ ਫਤਹ ਕਰ ਰਹੇ ਨੇ। ਸੋ ਭਾਰਤ ਸਰਕਾਰ ਜਿਹੜੀ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿਚਲੇ ਆਪਣੇ ਕੌਂਸੂਲੇਟਾਂ ਰਾਹੀਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਫੈਲਾ ਰਹੀ ਸੀ ਇਸ ਵੇਲੇ ਜਿਹੜੀ ਭਾਰੀ ਘਬਰਾਹਟ ਵਿੱਚ ਹੈ। ਸੋ ਭਾਰਤ ਵੱਲੋਂ ਅਫਗਾਨਿਸਤਾਨ ਚੋਂ ਇੱਕ ਤੋਂ ਬਾਅਦ ਇੱਕ ਆਪਣੇ ਕੌਂਸੂਲੇਟ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਇੱਕ ਬੜਾ ਇਹ ਪਪੂਲਰ ਅਖਾਣ ਹੈ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਹੈ ਸਭ ਤੋਂ ਪਹਿਲਾਂ ਜਿਹੜੇ ਚੂਹੇ ਨੇ ਉਹ ਛਾਲਾਂ ਮਾਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਹੁਣ ਇਹ ਜੋ ਖਾਣ ਪਾਣ ਦਾ ਬਣਿਆ ਸੀ ਕਿਉਂਕਿ ਜਦੋਂ ਸਮੁੰਦਰੀ ਜਹਾਜ਼ ਕਈ ਮਹੀਨੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਰਹਿੰਦੇ ਸੀ ਤੇ ਪੂਰਾ ਉਹਨਾਂ ਦਾ ਲੰਗਰਖਾਨਾ ਭਰਿਆ ਜਾਂ ਦੂਜੇ ਤੇ ਚੂਹੇ ਵੀ ਨਾਲ ਹੀ ਸਵਾਰ ਹੋ ਜਾਂਦੇ ਸੀ ਔਰ ਜ਼ਾਹਰ ਹੈ ਕਿ ਵੀ ਉਹ ਪੂਰਾ ਐਨ ਰੱਜ ਪੁੱਜ ਕੇ ਤੇ ਜਦੋਂ ਕਿਤੇ ਤੂਫਾਨ ਆ ਗਿਆ ਜਹਾਜ਼ ਡੁੱਬਣ ਲੱਗਾ ਤਾਂ ਉਹ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ। ਅੱਛਾ ਹੁਣ ਅਸੀਂ ਇਹ ਸਮਝਦੇ ਹਾਂ ਵੀ ਜੋ ਕੁਛ ਅੱਜ ਕੱਲ ਅਫਗਾਨਿਸਤਾਨ 'ਚ ਹਰ ਮਿੰਟ ਬਾਅਦ ਜੋ ਉੱਥੋਂ ਪਿਕਚਰ ਆ ਰਹੀ ਹੈ ਉਹ ਬੇਸ਼ੱਕ ਇੱਕ ਪਾਸੇ ਤੁਸੀਂ ਬਹਾਦਰੀ ਦੀ ਦਾਤ ਵੀ ਦਿੰਦੇ ਹੋ ਕਿ ਵੀ ਜਿਹੜੇ ਲੋਕ ਆਪਣੀ ਆਜ਼ਾਦੀ ਲਈ ਖਲੋਂਦੇ ਨੇ ਜੇ ਸੱਚਮੁੱਚ ਖਲੋ ਜਾਣ ਤੇ ਫਿਰ ਵੱਡੇ ਵੱਡੇ ਐਮਪਾਇਰ ਉਹਨਾਂ ਦੇ ਸਾਹਮਣੇ ਕਿਵੇਂ ਜਿਹੜਾ ਹੈ ਉਹ ਭੱਜਦੇ ਨਜ਼ਰ ਆਉਂਦੇ ਨੇ। ਅਸੀਂ ਵੀਅਤਨਾਮ ਦਾ ਜ਼ਿਕਰ ਕਰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਅੱਜ ਵੀਅਤਨਾਮ ਉਸੇ ਹੀ ਅਮਰੀਕਾ ਦਾ ਸਭ ਤੋਂ ਕਲੋਜ਼ ਐਲਾਈ ਹੈ। ਦੋ ਹਿੱਸੇ ਵੀਅਤਨਾਮ ਦੇ ਪ੍ਰੌਕਸੀ ਵਾਰ ਰਸ਼ੀਆ ਔਰ ਅਮਰੀਕਾ ਦੀ ਔਰ ਇਵੈਂਚੁਅਲੀ ਅੱਜ ਉਹ ਅਮਰੀਕਾ ਦੇ ਇੰਟਰਸਟ ਗਾਰਡ ਕਰ ਰਿਹਾ। ਪਰ ਅਸੀਂ ਉਹਨਾਂ ਪੀਰੀਅਡ ਦੀ 1960ਵਿਆਂ ਦੀ ਗੱਲ ਕਰਦੇ ਜਦੋਂ ਕਿ ਉਹਨਾਂ ਨੇ ਜਿਨ੍ਹਾਂ ਦੇ ਪੈਰਾਂ 'ਚ ਜੁੱਤੀ ਵੀ ਨਹੀਂ ਸੀ ਔਰ ਅਮਰੀਕਨ ਫੌਜ ਦਾ ਜਿੱਥੇ ਸਾਈਬਰ ਜੈਟ ਇਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਸੌਰਟੀਜ਼ ਕਾਰਪੇਟ ਟੂ ਕਾਰਪੇਟ ਬੰਬਿੰਗ ਔਰ ਮਿਲੀਅਨਸ ਵੀਅਤਨਾਮੀਆਂ ਨੂੰ ਮਾਰਿਆ 60,000 ਆਪਣਾ ਫੌਜੀ ਵੀ ਮਰਵਾਇਆ। ਲੇਕਿਨ ਇਵੈਂਚੁਅਲੀ ਇੱਕ ਸੀਨ ਜਿਹੜਾ ਅੱਜ ਤੱਕ ਵੀ ਉਹ ਪਿਕਚਰ ਰੂਪ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਆਇਆ ਕਿ ਅਖੀਰਲੇ ਹੈਲੀਕਾਪਟਰ ਕਿਵੇਂ ਦੌੜ ਕੇ ਚੜ੍ਹ ਰਹੇ ਨੇ ਕਿ ਜਿਹੜਾ ਪਿੱਛੇ ਰਹਿ ਗਿਆ ਉਹਦੇ ਨਾਲ ਕੀ ਹੋਏਗਾ ਔਰ ਉਹ ਚੜ੍ਹਦਿਆਂ ਦੀ ਉੱਤੇ ਉਸ ਹੈਲੀਕਾਪਟਰ ਦੇ ਉੱਤੇ ਲਮਕਦਿਆਂ ਦੀ ਔਰ ਦੂਜੇ ਜਿਹੜੀ ਪਿਕਚਰ ਹੈ ਅੱਜ ਵੀ ਉਹ ਕੋਟ ਹੁੰਦੀ ਹੈ। ਅੱਛਾ ਬੇਸ਼ੱਕ ਅਫਗਾਨਿਸਤਾਨ ਦੇ ਵਿੱਚ ਮੋਰ ਆਨਰੇਬਲ ਤਰੀਕੇ ਨਾਲ ਐਗਰੀਮੈਂਟ ਅਮਰੀਕਾ ਨੇ ਕੀਤਾ ਜ਼ਾਹਰ ਹੈ ਫੈਬਰਰੀ 2020 ਦੇ ਵਿੱਚ ਹੋਇਆ ਔਰ ਇਹ ਗੱਲ
ਤਾਲਿਬਾਨ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਜੇ ਉਹਦੇ ਐਗਰੀਮੈਂਟ ਦਾ ਹਿੱਸਾ ਸੀ ਤੇ ਅਜੇ ਤੱਕ ਉਹਨਾਂ ਨੇ ਕਿਸੇ ਵੀ ਅਮਰੀਕਨ ਫੌਜੀ ਨੂੰ ਜਾਂ ਅਮਰੀਕਨ ਅੱਡੇ ਨੂੰ ਜਾਂ ਅਮਰੀਕਨ ਇੰਟਰਸਟ ਨੂੰ ਟਾਰਗੇਟ ਨਹੀਂ ਕੀਤਾ। ਪਰ ਜੋ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਤਰੀਕ ਨੂੰ ਮਈ ਦੀ ਬਜਾਏ 9/11 ਤੱਕ ਖਿੱਚਣ ਦੀ ਗੱਲ ਕੀਤੀ, ਘਬਰਾਹਟ ਅਮਰੀਕਨਾਂ ਨੂੰ ਵੀ ਸੀ, ਪਰ ਤਾਲਿਬਾਨ ਨੇ ਕਾਫੀ ਮੈਚੁਰਿਟੀ ਦਾ ਪ੍ਰਗਟਾਵਾ ਕੀਤਾ। ਫਿਰ ਇਹ ਖਬਰਾਂ ਵੀ ਚੱਲ ਰਹੀਆਂ ਸੀ ਕਿ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ 에ਅਰਪੋਰਟ ਜਿਹੜਾ ਮੀਲਾਂ 'ਚ ਫੈਲਿਆ, ਔਰ ਮੈਂ ਇਹ ਦੇਖ ਰਿਹਾ ਸੀ ਬਦਗਾਮ ਜਾਂ ਬੈਡਗੈਮ ਲਿਖਿਆ ਜਾਂਦਾ, ਉਹਦੀ ਸਪੈਲਿੰਗ ਨਹੀਂ ਬਗਰਾਮ, ਹਾਂ ਬਗਰਾਮ ਹੈ। ਬਗਰਾਮ 에ਅਰਪੋਰਟ ਜਿਹਨੂੰ ਬਿਲਟ ਵੀ ਅਮਰੀਕਾ ਨੇ 1950 'ਚ ਕੀਤਾ। ਫਿਰ ਜਦੋਂ ਸੋਵੀਅਤ ਯੂਨੀਅਨ ਦਾ ਉੱਥੇ ਪੂਰਾ ਰਿਹਾ, ਨਜ਼ੀਬੁੱਲਾ ਤੱਕ ਪਹੁੰਚਦੇ ਆ, ਉਹਨਾਂ ਨੇ ਅੱਗੋਂ ਐਕਸਪੈਂਡ ਕੀਤਾ, 10 ਸਾਲ ਉਹਨਾਂ ਦੀ ਫੌਜ ਰਹੀ। ਫਿਰ ਜਦੋਂ 9/11 ਤੋਂ ਬਾਅਦ ਅਮਰੀਕਨ ਉੱਥੇ ਗਏ, ਨੈਟੋ ਮੀਲਾਂ ਦੇ ਵਿੱਚ ਫੈਲਿਆ, ਅੰਦਰ ਸਵਿਮਿੰਗ ਪੂਲਸ ਔਰ ਹਰ ਦੁਨੀਆ ਦੀ ਫੈਸਿਲਿਟੀ, ਟਨਾਂ ਦੇ ਟਨ ਸਟੱਫ ਔਰ ਜਿਹੜਾ ਉੱਥੇ ਮੌਜੂਦ। ਔਰ ਇਹ ਸੀ ਕਿ ਵੀ ਇਹ ਜਿਹੜਾ ਬਗਰਾਮ 에ਅਰਪੋਰਟ ਹੈ ਇਹਨੂੰ ਅਮਰੀਕਾ ਨਹੀਂ ਛੱਡੇਗਾ ਔਰ ਇਹਦੇ 'ਚ ਰਹੇਗਾ। ਲੇਕਿਨ ਵਿਤਨਾਮ ਵਾਲੀ ਪਿਕਚਰ ਤਾਂ ਸਾਹਮਣੇ ਆਈ, ਇੱਥੇ ਪਿਕਚਰ ਤਾਂ ਸਾਹਮਣੇ ਨਹੀਂ ਆਈ। US left Bagram air base at night with no notice, Afghan commander says. ਹੁਣ ਅਫਗਾਨ ਫੌਜ ਨੂੰ 2-3 ਲੱਖ ਇਹਨਾਂ ਨੇ ਟ੍ਰੇਨਡ ਕੀਤੀ, ਇਕਵਿਪਮੈਂਟ ਵੀ ਉੱਥੇ ਕਾਫੀ ਸਮਾਲ ਆਰਮਸ ਛੱਡ ਆਏ ਨੇ, ਪਤਾ ਨਹੀਂ ਕਿੰਨੇ ਵੱਡੇ ਵੱਡੇ ਬਾਕਸ, ਪਾਣੀ ਦੀਆਂ ਬੋਟਲਾਂ ਜਾਂ ਰੈਡੀ ਮੇਡ ਫੂਡ, ਇਹ ਉਹ ਉੱਥੇ ਹੈਵੀ ਇਕਵਿਪਮੈਂਟ ਲੈ ਆਏ। ਪਰ ਹੁਣ ਉਹਨਾਂ ਦਾ ਜਿਹੜਾ ਅਫਗਾਨ ਕਮਾਂਡਰ ਹੈ ਜਿਹੜਾ ਉਸਨੇ ਵੀ ਕਈ ਘੰਟੇ ਬਾਅਦ ਦੇਖਿਆ, ਔਰ ਇਹ ਜਿਹੜਾ ਅਮਰੀਕਨਾਂ ਦਾ ਲਾਸਟ ਉੱਥੋਂ ਸੋਲਜਰ ਦਾ ਨਿਕਲਣਾ ਤੇ ਅਫਗਾਨ ਕਮਾਂਡ ਉਹਦੇ ਵਿੱਚ ਆਵਰਸ ਸੀ। ਔਰ ਜੇ ਤਾਲਿਬਾਨ ਦੀ ਇੰਟੈਲੀਜੈਂਸ ਕੋਈ ਜਾਂ ਉਹਨਾਂ ਦੀ ਸ਼ਾਇਦ ਅਜੇ ਨੀਅਤ ਵੀ ਨਹੀਂ ਹੈ, ਕਿਉਂਕਿ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਦੱਸ ਰਹੇ ਨੇ ਅਸੀਂ ਪੁਰਾਣੇ ਤਾਲਿਬਾਨ ਨਹੀਂ, ਔਰ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਜਿਹੜਾ ਬੇਲੋੜਾ ਬਲੱਡ ਸ਼ੈਡ ਨਹੀਂ ਕਰਨਾ ਚਾਹੁੰਦੇ। ਪਰ ਉਹਨਾਂ ਦਾ ਜਿਹੜਾ ਕਮਾਂਡਰ ਉਹਦਾ ਨਾਮ ਹੈ ਜਨਰਲ ਅਸਾਦੁੱਲਾ ਕੋਇਸਤਾਨੀ, told the BBC that US left Bagram at 3 local time on Friday and that the Afghan military found out hours later. ਕਈ ਘੰਟਿਆਂ ਬਾਅਦ ਲੱਗਾ ਵੀ ਉਹ ਤਾਂ ਪਤਰਾ ਵਾਚ ਗਏ ਨੇ। Bagram also contains a prison. ਉਹਨੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਵੱਡਾ 에ਅਰਪੋਰਟ ਹੈ ਕਿ ਉਹਦੀ ਜਿਹੜੀ ਅੰਦਰ ਹੀ ਜੇਲ੍ਹ ਹੈ। there are reportedly up to 5,000 Taliban prisoners left in the facility. ਹੁਣ ਕੋਈ ਇਹ ਕਹੇ ਕਿ ਜੀ ਉੱਥੇ ਲੜਾਈ ਨਹੀਂ ਹੋਏਗੀ, ਜੇ ਉਹ ਕਬਜ਼ਾ ਕਰਨ ਲਈ ਨਾ ਵੀ ਲੜਨਾ ਚਾਹਣ ਕਿ ਜੀ 에ਅਰਪੋਰਟ ਛੱਡ ਦਿਓ ਉਹਨੂੰ, 5,000 ਉਹਨਾਂ ਦੇ ਤਾਲਿਬਾਨ ਪ੍ਰਿਜ਼ਨਰਸ ਨੇ ਉੱਥੇ ਜਿਹਨਾਂ ਨੂੰ ਛੱਡਿਆ ਨਹੀਂ ਹੈ ਉਹਨਾਂ ਨੇ। ਜਿਹੜਾ ਅਸ਼ਰਫ ਗਨੀ ਸਰਕਾਰ ਅਮਰੀਕਾ ਨੇ ਤਾਂ ਆਪਣਾ ਬੈਸਟ ਕੀਤਾ, ਉਹ ਨਿਕਲ ਰਹੇ ਨੇ, ਲੇਕਿਨ ਅਸ਼ਰਫ ਗਨੀ ਸਰਕਾਰ ਨੇ ਜਿਹੜਾ ਉਹਨਾਂ ਦਾ ਪਾਰਟ ਸੀ ਸੈਕੰਡ ਫੇਜ਼ ਉਹਨਾਂ ਦੇ ਪ੍ਰਿਜ਼ਨਰ ਛੱਡਣ ਦਾ ਉਹ ਨਹੀਂ ਕੀਤਾ। ਔਰ ਇਸ ਸਾਰੇ ਚੋਂ ਜਨਰਲ ਕੋਇਸਤਾਨੀ ਨੇ ਇਹ ਕਿਹਾ ਕਿ ਵੀ he said that Afghan forces were expecting the Taliban to attack Bagram, ਔਰ ਰਿਪੋਰਟਰਸ ਉਹਨਾਂ ਨੇ ਕਿਹਾ ਵੀ ਉਹ ਅਟੈਕ ਕਰਨਗੇ ਕਿਉਂਕਿ ਮੂਵਮੈਂਟ ਰੂਰਲ ਏਰੀਆਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਸਾਡੇ ਨਾਲ ਅਮਰੀਕਨ ਨਹੀਂ ਨੇ, ਬੜਾ ਵੱਡਾ ਡਿਫਰੈਂਸ ਹੈ, ਪਰ ਜਿੰਨੀ ਕੁ ਸਾਡੇ ਕੋਲ ਕੈਪੇਬਿਲਿਟੀ ਹੈ ਅਸੀਂ ਲੜਾਂਗੇ ਔਰ ਅਸੀਂ ਇਸ ਨੂੰ ਡਿਫੈਂਡ ਕਰਾਂਗੇ। ਹਾਲਾਂਕਿ ਇਟਸ ਅ ਮੈਟਰ ਆਫ ਟਾਈਮ ਕਿ ਇਹਦੇ 'ਚ ਕੀ ਹੋਏਗਾ। ਲੇਕਿਨ ਇਸ ਸਾਰੇ ਚੋਂ ਜਦੋਂ ਅਸੀਂ ਚੂਹੇ ਪਹਿਲਾਂ ਦੌੜਨ ਦੀ ਗੱਲ ਕੀਤੀ ਤੇ ਵੱਡੇ ਚੂਹੇ ਜਿਹੜੇ ਸੀ, ਇਹ ਸਾਰੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਕਿ ਜਦੋਂ ਪਾਣੀਆਂ ਦੇ ਵਿੱਚ ਤੂਫਾਨ ਹੋਏ, ਲਹਿਰਾਂ ਹੋਣ ਤਾਂ ਉੱਥੇ ਜਾ ਕੇ ਕੋਈ ਫਿਸ਼ ਕਰੇ, ਔਰ ਜੇ ਕੋਈ ਉੱਥੇ ਚੂਹਾ ਬਣ ਕੇ ਖਾਂਦਾ ਰਿਹਾ ਇੰਡੀਆ, ਉਹਨਾਂ ਨੇ ਜਿਵੇਂ ਸਟਿੰਗ ਆਫ ਕੌਂਸੂਲੇਟਸ ਖੋਲੇ, ਜਿੰਨੇ ਵੀ ਅਫਗਾਨਿਸਤਾਨ ਦੇ ਸੂਬਿਆਂ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਵੀ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇੰਨੇ ਪਰ ਕਿਉਂਕਿ ਉਹ ਰਾਹ ਦੇ ਹੈੱਡਕੁਆਟਰ, ਉਹਨਾਂ ਨੇ ਉਹਦੇ ਰਾਹੀਂ ਜਿਹੜਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕੀਤੀ। ਬਲੋਚਿਸਤਾਨ ਸਾਹਮਣੇ ਆਇਆ ਕੁਲਭੂਸ਼ਣ ਯਾਦਵ ਤੋਂ ਬਾਅਦ ਕੀ ਹੋਇਆ, ਔਰ ਉਹਨਾਂ ਨੂੰ ਵੀ ਪਤਾ ਹੈ, ਤਾਲਿਬਾਨ ਨੂੰ ਵੀ ਪਤਾ ਹੈ। ਹਾਲਾਂਕਿ ਇੱਕ ਹਿੱਸਾ ਤਾਲਿਬਾਨ ਦੇ ਨਾਲ ਜਿਹਨਾਂ ਨੂੰ ਜੈ ਸ਼ੰਕਰ ਮਿਲਿਆ ਡਿਫਰੈਂਟ, ਕਿਉਂਕਿ ਉਹਨਾਂ ਦੇ ਵੀ ਆਪਣੇ ਟਰਾਈਬ ਨੇ, ਇਹ ਸੌਦੇਬਾਜ਼ੀ ਉਹਨਾਂ ਨਾਲ ਵੀ ਕਰ ਰਹੇ ਨੇ, ਪੈਸੇ ਪੂਸੇ ਦੇ ਕੇ ਆਪਣੀ ਜਾਨ ਬਚਾਉਣ ਦਾ ਸੌਦਾ ਕਰ ਰਹੇ ਹੋਣਗੇ। ਲੇਕਿਨ ਇਹਨਾਂ ਨੂੰ ਇਹ ਖੌਫ ਖਾ ਰਿਹਾ ਹੈ ਕਿ ਸਾਡੇ ਨਾਲ ਕੀ ਹੋਏਗਾ। ਆਲਰੇਡੀ ਹੈਰਾਤ ਔਰ ਜਲਾਲਾਬਾਦ ਦੇ ਕੌਂਸੂਲੇਟ ਤਾਂ ਬੰਦ ਕੀਤੇ ਹੋਏ ਨੇ। ਹੁਣ ਤਾਲਿਬਾਨ ਇੰਨੀ ਤੇਜ਼ੀ ਨਾਲ ਵੱਧ ਰਹੇ ਨੇ,
ਔਰ ਇਹਨਾਂ ਦਾ ਆਪਣਾ ਇਹ ਕਹਿਣਾ ਹੈ ਕਿ ਭਾਈ ਇੰਨੀ ਤੇਜ਼ੀ ਨਾਲ ਕਿ ਹੁਣ ਸਾਡਾ ਇੱਕ ਪੰਜਾਬੀ ਦਾ ਅਖਾਣ ਅਸੀਂ ਅਕਸਰ ਸੁਣਦੇ ਰਹੇ ਬਚਪਨ 'ਚ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਹੁਣ ਬਲਖ ਅਫਗਾਨਿਸਤਾਨ ਦਾ ਇੱਕ ਜ਼ਿਲ੍ਹਾ ਹੈ ਅੱਛਾ ਔਰ ਬਲਖ ਦੀ ਜਿਹੜੀ ਕੈਪੀਟਲ ਹੈ ਉਹ ਮਜ਼ਾਰੇ ਸ਼ਰੀਫ ਹੈ। ਹੁਣ ਇਸ ਵੇਲੇ ਬਲਖ ਦੇ ਪ੍ਰੋਵਿੰਸ ਦੇ ਵੱਡੇ ਰੂਰਲ ਏਰੀਆ ਦੇ ਵਿੱਚ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਔਰ ਆਲਮੋਸਟ ਮਜ਼ਾਰੇ ਸ਼ਰੀਫ ਉਹਨਾਂ ਦੀ ਗ੍ਰਿਪ ਦੇ ਵਿੱਚ ਹੈ। ਥੋੜੀ ਬਹੁਤ ਉੱਥੇ ਲੜਾਈ ਚੱਲ ਰਹੀ ਹੈ ਔਰ ਇਹ ਜਿਹੜੇ ਨੇ, ਔਰ ਦੂਸਰਾ ਪਾਸਾ ਕੰਧਾਰ ਸਾਊਥ ਅਫਗਾਨਿਸਤਾਨ ਦੇ ਵਿੱਚ ਸਾਊਦਰਨ ਅੱਛਾ ਉਹਦੇ ਨੇੜੇ ਵੀ ਚੱਲ ਰਿਹਾ। ਹੁਣ ਹੈਰਾਤ ਔਰ ਜਲਾਲਾਬਾਦ ਤੋਂ ਬਾਅਦ ਭਾਰਤ ਉੱਥੋਂ ਦੌੜ ਰਿਹਾ ਹੈ ਕੰਧਾਰ ਔਰ ਮਜ਼ਾਰੇ ਸ਼ਰੀਫ ਆਪਣੇ ਉਹਨਾਂ 'ਚ ਕੌਂਸੂਲੇਟਸ ਤੋਂ। ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਦੇ ਵਿੱਚ India is watching the situation in Afghan cities of Kandahar and Mazar-e-Sharif closely with concerns for its missions and diplomatic staff growing there as Taliban gains control over a number of provincial cities ਕਿ ਭਾਈ ਉਹ ਇੱਕ ਤੋਂ ਬਾਅਦ ਇੱਕ ਸ਼ਹਿਰ ਦੇ ਉੱਤੇ ਕਬਜ਼ਾ ਕਰ ਰਹੇ ਨੇ। ਇਹ ਘਬਰਾਹਟ ਦੇ ਵਿੱਚ ਤਾਲਿਬਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਔਰ ਮੰਗਲਵਾਰ ਨੂੰ ਜਿਹੜਾ ਆਉਣ ਵਾਲੇ ਇਹਨਾਂ ਦਾ ਗਪੌੜ ਛੱਡਣ ਵਾਲਾ ਫੋਰਨ ਮਿਨਿਸਟਰ ਜੈ ਸ਼ੰਕਰ ਰਸ਼ੀਆ ਜਾ ਰਿਹਾ ਔਨ ਵੈਨਸਡੇ ਫॉर a 3-day visit from July 7 to July 9। ਸੋ ਆਲਰੇਡੀ ਉਹ ਮਾਸਕੋ ਵੱਲ ਪਹੁੰਚ ਗਿਆ ਹੋਣਾ। ਅਗਲੇ 3 ਦਿਨ ਉੱਥੇ ਉਹਨੇ ਕੀ ਕਰਨਾ ਇਹੀ ਹੈ। ਉਹਨਾਂ ਦਾ ਜਿਹੜਾ ਕਾਊਂਟਰ ਪਾਰਟ ਹੈ ਉਹਨਾਂ ਦਾ ਫੋਰਨ ਮਿਨਿਸਟਰ ਸਰਜੀ ਲੈਵਰੋਵ ਟੂ ਡਿਸਕਸ ਰੀਜਨਲ ਐਂਡ ਇੰਟਰਨੈਸ਼ਨਲ ਇਸ਼ੂਜ਼ ਅਲੋਂਗ ਵਿਦ ਬਾਇਲੈਟਰਲ। ਰੀਜਨਲ ਇਸ਼ੂ ਕੀ ਹੈ ਇਹੀ ਕਿ ਭਾਈ ਸਾਡਾ ਵੀ ਕੁਝ ਕਰੋ। ਉਹਨਾਂ ਨੂੰ ਇਹ ਲੱਗਦਾ ਹੈ ਵੀ ਰਸ਼ੀਆ ਦੇ ਨਾਲ ਜੁੜ ਕੇ, ਹਾਲਾਂ ਰਸ਼ੀਆ ਨੂੰ ਆਪ ਨੂੰ ਨਹੀਂ ਪਤਾ ਵੀ ਇਨ ਦਾ ਐਂਡ ਤਾਲਿਬਾਨ ਨੇ ਕੀ ਕਰਨਾ ਹੈ, ਕਿਹੜੀ ਡਾਇਰੈਕਸ਼ਨ ਲੈਣੀ ਹੈ। ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਫੋਰਨ ਸੈਕਟਰੀ ਹੈ ਹਰਸ਼ ਸ਼ਿੰਗਲਾ, ਉਹ ਅਫਗਾਨਿਸਤਾਨ ਦੇ ਐਂਬੈਸਡਰ ਜਿਨ੍ਹਾਂ ਦਾ ਕੋਈ ਹੁਣ ਅਸ਼ਰਫ ਗਨੀ ਸਰਕਾਰ ਤਾਂ ਹਾਊਸ ਆਫ ਕਾਰਡਸ ਹੈ, ਕਿਸੇ ਵੇਲੇ ਵੀ ਕਲੈਪਸ ਹੋਏਗਾ। ਫਰੀਦ ਮੈਮੁਨਜ਼ੇ ਉਹਨਾਂ ਦੇ ਨਾਲ ਉਹਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਜੀ ਕਾਬੁਲ ਐਂਡ ਨਿਊ ਦਿੱਲੀ ਮੋਨੀਟਰ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ in the wake of US and NATO troops pull out, including withdrawal of all foreign troops from the biggest military base at Bagram ਕਿ ਵੀ ਉੱਥੋਂ ਨਿਕਲੇ ਨੇ ਔਰ ਉਹ ਸਾਰੇ ਨੂੰ ਦੇਖ ਰਹੇ ਨੇ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਹੀ ਹੈ ਕਿ ਬਲਖ ਦਾ ਜਿਹੜਾ ਗਵਰਨਰ ਹੈ ਉਹਨਾਂ ਦੀ ਸਪੋਕਸਪਰਸਨ ਮੁਨੀਰ ਫਰਹਾਦ ਉਸਨੇ ਕਿਹਾ ਕਿ ਉਜ਼ਬੇਕਿਸਤਾਨ, ਤਾਜ਼ਿਕਿਸਤਾਨ, ਇੰਡੀਆ ਐਂਡ ਪਾਕਿਸਤਾਨ all had reduced their strength at consulates in Mazar and that Turkey and Russia had closed their consulates down in the wake of growing violence around Mazar। ਹੁਣ ਜਿਸ ਰਸ਼ੀਆ ਜੈ ਸ਼ੰਕਰ ਜਾ ਰਿਹਾ ਉਹਨਾਂ ਨੇ ਤਾਂ ਮਜ਼ਾਰੇ ਸ਼ਰੀਫ 'ਚ ਆਪਣਾ ਕੌਂਸੂਲੇਟ ਬੰਦ ਕਰ ਦਿੱਤਾ ਹੈ ਔਰ ਭਾਰਤ ਜਿਨ੍ਹਾਂ ਨੇ ਉਹ ਸਾਰਾ ਟੈਰਰਿਜ਼ਮ ਫੈਲਾਉਣ ਦੇ ਲਈ ਜਿਹੜਾ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਨ ਲਈ ਕੀਤਾ ਸੀ ਇਹ ਸਾਰਾ ਕੌਂਸੂਲੇਟਸ ਦਾ ਨੈਟਵਰਕ, ਉਹ ਸਾਰੇ ਆਪਣੇ ਰਾਹ ਦੇ ਜਸੂਸ ਵਿਦਡਰਾ ਕਰ ਰਹੇ ਨੇ ਔਰ ਫੋਰਨ ਟਰੂਪਸ ਐਟ ਰਿਸਕ ਐਜ਼ ਆਕੂਪਾਇਰਸ। ਤਾਲਿਬਾਨ ਨੇ ਨਾਲ ਦੀ ਨਾਲ ਧਮਕੀ ਦੇ ਦਿੱਤੀ ਕਿ ਖਬਰਦਾਰ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੀ 400 ਅਮਰੀਕਨ ਸੋਲਜਰ ਉਹਨੂੰ ਕਾਬਲ 에ਅਰਪੋਰਟ ਨੂੰ ਪ੍ਰੋਟੈਕਟ ਕਰਨ ਲਈ ਜਾਂ ਟਰਕੀ ਦੇ ਨਾਲ ਐਗਰੀਮੈਂਟ ਜਾਂ ਕੋਈ ਹੋਰ, ਉਹਨੇ ਕਿਹਾ ਵੀ ਕੋਈ ਵੀ ਜਿਹੜਾ ਫੋਰਨ ਟਰੂਪ ਬਚਿਆ ਸਾਡੇ ਉਹਨਾਂ ਨੂੰ ਅਸੀਂ ਆਕੂਪਾਇਰ ਸਮਝਾਂਗੇ। ਔਰ ਉਧਰ ਜੈ ਸ਼ੰਕਰ ਰਸ਼ੀਆ ਦੇ ਤਰਲੇ ਕਰ ਰਿਹਾ और इधर इंडियन आर्मी चीफ जनरल नरवाणे मीट्स यूके's चीफ ऑफ डिफेंस स्टाफ जनरल सर कार्टर। उन्होंने नरवाणे इधर दौड़िया होया लंडन और उन्हें ਜਿਹੜਾ ਉਹਨਾਂ ਦਾ ਡਿਫੈਂਸ ਸਟਾਫ ਜਨਰਲ ਹੈ ਸਰ ਨਿਕੋਲਸ ਕਾਰਟਰ ਉਹਦੇ ਨਾਲ ਜਿਹੜਾ ਮੁਲਾਕਾਤ ਕੀਤੀ ਔਰ ਨਾਲ ਦੀ ਨਾਲ ਹੁਣ ਉਹਨੇ ਉਸ ਤੋਂ ਬਾਅਦ ਇਟਲੀ ਜਾਣਾ ਕਿਉਂਕਿ ਇੰਡੀਆ ਇਹ ਦੇਖ ਰਿਹਾ ਕਿ ਭਾਈ ਉੱਥੇ ਜੋ ਇਹਨਾਂ ਦੀਆਂ ਕਾਰਸਤਾਨੀਆਂ ਨੇ ਉਦੋਂ ਉਹਨਾਂ ਨੂੰ ਵੀ ਪਤਾ ਹੈ ਅਫਗਾਨਾਂ ਨੂੰ ਕਿ ਭਾਈ ਇਹਨਾਂ ਨੇ ਕੀ ਕੀਤਾ। ਬਾਹਰੋਂ ਕਹੀ ਜਾਣ ਕੇ ਜੀ ਸਾਡੀ ਬੜੀ ਦੋਸਤੀ, ਚਲੋ ਦੇਖ ਰਹੇ ਨੇ ਕਿ ਕੋਈ ਨੈਟੋ ਕਵਰ ਰਹਿ ਜਾਏ ਕਿਉਂਕਿ ਅਮਰੀਕਾ ਦੇ ਉੱਤੇ ਤਾਂ ਇਹਨਾਂ ਨੇ ਬਹੁਤ ਪ੍ਰੈਸ਼ਰ ਬਿਲਡ ਕੀਤਾ ਕਿ ਛੱਡ ਕੇ ਨਾ ਜਾਈ ਮਾਈਆ, ਛੱਡ ਕੇ ਨਾ ਜਾਈ ਵੇ। ਉਹਨਾਂ ਨੇ ਕਿਹਾ ਵੀ ਮਾਈਆ ਪਹਿਲਾਂ ਆਪਣੀ ਜਾਨ ਬਚਾਏ ਕਿ ਤੇਰਾ ਫਿਕਰ ਕਰੇ। ਔਰ ਹੁਣ ਉਹ ਯੂਕੇ ਪਹੁੰਚਿਆ ਹੋਇਆ ਇਹਨਾਂ ਦਾ ਫੌਜੀ ਚੀਫ ਨਰਵਾਣੇ ਔਰ ਮੇਰਾ ਖਿਆਲ ਹੈ ਟੈਕਨੀਕਲ ਟੀਮ ਨੇ ਜੇ ਪਿਕਚਰ ਦਿਖਾਈ ਹੋਏ ਕਿ ਉੱਥੇ ਉਹ ਇੱਕ ਦੂਜੇ ਨੂੰ ਫੈਸਿਲਿਟੇਟ ਕਰ ਰਹੇ ਨੇ ਜਿਹੜਾ ਕੁਝ ਫੜਾ ਕੇ ਇੱਕ ਦੂਜੇ ਨੂੰ। ਔਰ ਮੈਂ ਸਮਝਦਾ ਕਿ ਵੀ ਇਹ ਹੁਣ ਚੂਹੇ ਭੱਜ ਰਹੇ ਨੇ
ਕਿੱਥੇ ਜਾ ਕੇ ਇਹ ਸਾਰੇ ਦਾ ਐਂਡ ਹੋਏਗਾ। ਪਰ ਕੁੱਲ ਮਿਲਾ ਕੇ ਅਨਸਰਟਨਟੀ ਹੈ। ਜਿਹੜੇ ਸੀਨੀਅਰ ਐਲੀਮੈਂਟ ਵੀ ਨੇ ਉਹਨਾਂ ਨੂੰ ਨਹੀਂ ਪਤਾ ਹੈ ਵੀ ਇਹ ਕੀ ਡਾਇਰੈਕਸ਼ਨ ਲਏਗਾ। ਪਰ ਹਾਲਾਂਕਿ ਮੈਨੂੰ ਲੱਗਦਾ ਹੈ ਵੀ ਜਿਵੇਂ ਤਾਲਿਬਾਨ ਨੇ ਡਿਪਲੋਮੈਟਿਕਲੀ ਮੈਚੁਰਿਟੀ ਦਿਖਾਈ, ਜੀ ਨੈਗੋਸ਼ੀਏਟਡ ਜਿਹੜਾ ਐਗਰੀਮੈਂਟ ਸੀ ਉਸ ਦੇ ਉੱਤੇ ਵੀ ਉਹਨਾਂ ਨੇ ਪਹਿਰਾ ਦਿੱਤਾ ਹੈ, ਕੋਈ ਬਹੁਤ ਬਿਆਨਬਾਜ਼ੀਆਂ ਨਹੀਂ ਨੇ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਆਰਗੇਨਾਈਜ਼ਡ ਆਰਮੀ ਨਹੀਂ ਹੈ ਉਸ ਕਿਸਮ ਦੀ ਕਿ ਜਿੱਥੇ ਚੀਫ ਆਫ ਜਿਹੜਾ ਫੌਜ ਆ ਉਹ ਕਮਾਂਡ ਦਿੰਦਾ ਹੈ ਤੇ ਥੱਲੇ ਆ ਗਿਆ ਲੈਫਟੀਨੈਂਟ ਜਨਰਲ, ਮੇਜਰ ਜਨਰਲ, ਚੇਨ ਆਫ ਕਮਾਂਡ। ਇਹ ਨਹੀਂ ਹੈ। ਬੇਸ਼ੱਕ ਉਹਨਾਂ ਦੀਆਂ ਨੈਗੋਸ਼ੀਏਟਰ ਟੀਮਸ ਉਹਨਾਂ ਨੂੰ ਕੌਨਫੀਡੈਂਸ ਹਾਸਲ ਹੈ, ਪਰ ਅਲਟੀਮੇਟ ਪਾਵਰ ਜਿਹੜੇ ਗਰਾਊਂਡ ਦੇ ਉੱਤੇ ਕਮਾਂਡਰ ਨੇ। ਜੀ ਔਰ ਕਮਾਂਡਰ ਉਹਨੇ ਕੀ ਕਿਸੇ ਨੇ ਕਹਿਣਾ ਹੈ, ਕਿਹਦੇ ਦਿਲ ਦਿਮਾਗ 'ਚ ਕੀ ਆਉਣਾ ਹੈ ਜਾਂ ਉਹਨਾਂ ਨੂੰ ਕਿਹਨੇ ਕੀ ਪ੍ਰਵੋਕ ਕਰਨਾ ਹੈ, ਇਹ ਵੱਖਰੀ ਗੱਲ ਹੋਏਗੀ ਕਿ ਭਾਈ ਉੱਥੇ। ਲੇਕਿਨ ਅਗੇਨ ਅਸੀਂ ਰੋਜ਼ ਵਾਂਗ ਇਸ ਗੱਲ ਦੀ ਅਰਦਾਸ ਕਰਦੇ ਹਾਂ ਰੱਬ ਦੇ ਹਜ਼ੂਰ ਕਿ ਭਾਈ ਉੱਥੇ ਅਮਨ ਹੋਏ, ਸਟੇਬਿਲਿਟੀ ਹੋਏ, ਚੰਗੇ ਢੰਗ ਦੇ ਨਾਲ। ਅਲਟੀਮੇਟਲੀ ਤਾਲਿਬਾਨ ਹੀ ਰੂਲਰ ਨੇ ਉਸ ਲੈਂਡ ਦੇ, ਇਹਦੇ ਬਾਰੇ ਤਾਂ ਹੁਣ ਕੋਈ ਸ਼ੱਕ ਸ਼ੁਬਾ ਨਹੀਂ ਹੈ, ਪਰ ਕੋਈ ਬਲੱਡ ਸ਼ੈਡ ਨਾ ਹੋਏ, ਇਹੀ ਸਾਡੀ ਕਾਮਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।